देखो जिहड़ा ये अग्निपथ योजना आ मोदी सरकार की ये एक सोची समझी मैं कह सकता कि बीजेपी और आरएसएस की साजिश है कि हिंदुस्तान की आर्मी नूं फौज नूं कमज़ोर किया जाए और एक अपना वर्ग जिहड़ा आ इन्हां दा अपना केडर है जिहड़ा ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ 4 ਸਾਲਾਂ ਦੀ ਟ੍ਰੇਨਿੰਗ ਦਵਾ ਕੇ 4 ਸਾਲ ਉਹਦਾ ਫੌਜ ਦੇ ਵਿੱਚ ਟ੍ਰੇਨਿੰਗ ਦਵਾ ਕੇ ਉਹਨੂੰ ਇਹ ਆਪਣਾ ਇੱਕ ਕੇਡਰ ਬਣਾਉਣਾ ਚਾਹੁੰਦੇ ਨੇ ਵੱਖਰਾ। ਔਰ ਜਿਵੇਂ ਕਮਿਊਨਿਸਟ ਪਾਰਟੀ ਆਫ ਚਾਈਨਾ ਔਰ ਜਿਵੇਂ ਹਿਟਲਰ ਨੇ ਆਪਣੇ ਰਾਜ ਦੇ ਦੌਰਾਨ ਆਪਣੀ ਆਰਮੀ ਤਿਆਰ ਕੀਤੀ ਸੀ ਉਹ ਜਿਹੜੇ 4 ਸਾਲਾਂ ਬਾਅਦ ਆਉਣਗੇ ਤੁਸੀਂ ਸੁਣਿਆ ਹੋਊਗਾ ਇਹਨਾਂ ਦਾ ਬਿਆਨ ਕਿ ਉਹਨਾਂ ਨੂੰ ਅਸੀਂ ਆਪਣੇ ਦਫ਼ਤਰਾਂ 'ਚ ਰੱਖ ਲਾਂਗੇ, ਅਸੀਂ ਆਪਣੀਆਂ ਥਾਵਾਂ ਤੇ ਰੱਖ ਲਾਂਗੇ। ਉਹ ਜਿਹੜਾ ਇਹਨਾਂ ਦੀ ਸਕੀਮ ਦਾ ਅੰਦਰੂਨੀ ਪੱਖ ਹੈ ਉਹ ਕੁਝ ਹੋਰ ਹੈ। ਔਰ ਦੇਸ਼ ਦਾ ਨੌਜਵਾਨ ਜਿਹੜਾ ਸਰਹੱਦਾਂ ਤੇ ਜਾ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦਾ ਉਹ ਜਿਹੜਾ ਫੌਜ ਦਾ ਹੋਣ ਵਾਲਾ ਮਾਡਲ ਹੈ। ਤੁਸੀਂ ਇੱਕ ਛੋਟੇ ਜਿਹੇ ਸੰਗਠਨ 'ਚ ਕੰਮ ਕਰਦੇ ਹੋ ਜੇ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਸਾਲ ਬਾਅਦ ਹਟਾ ਦੇਣਾ ਤੇ ਤੁਹਾਡੀ ਕੀ ਸਿੰਸੈਰਿਟੀ ਰਹੂਗੀ? ਤੁਹਾਡੇ ਦਿਮਾਗ ਦੇ ਵਿੱਚ ਉੱਥੇ ਕੰਮ ਕਰਨ ਦੀ ਥਾਂ ਤੇ ਇਹ ਰਹੂਗਾ ਕਿ ਮੈਂ ਦੂਸਰੀ ਨੌਕਰੀ ਕਿਹੜੀ ਵੇਖਣੀ। ਜਦੋਂ ਤੱਕ ਇਹ ਫੌਜ ਕੋਈ ਕਿਤੇ ਟੈਂਪਰੇਰੀ ਕਿਤੇ ਬਿਲਡਿੰਗ ਦੇ ਉੱਤੇ ਕੰਮ ਕਰਾਉਣ ਵਾਲਾ ਵਰਕਰ ਨਹੀਂ ਤੁਸੀਂ ਰਹਿਣਾ ਜਾਂ ਕਿਸੇ ਦਫ਼ਤਰ ਦੇ ਵਿੱਚ ਆਊਟਸੋਰਸ करके काम करने वाला कोई मुलाजम नहीं लेना। ये फौज है जिन्हें देश दियां सरहदां ते सुरक्षा करनी है। जिस नौजवान ने अपनी जान तली ते धर के देश की सरहद के उत्ते देश की सेवा करनी है वो नौजवान का जदों भविख ही ਉਹਦਾ ਭਵਿੱਖ ਹੀ ਉਹਨੂੰ ਧੁੰਦਲਾ नजर आऊगा ਤਾਂ ਉਹ ਕਿਵੇਂ ਨੌਕਰੀ ਸਹੀ ਤਰੀਕੇ ਨਾਲ ਕਰ ਸਕਦਾ ਦੇਸ਼ ਦੀ ਸਰਹੱਦ। ਉਹਨੂੰ ਤਾਂ ਇਹ ਪਤਾ ਹੋਣਾ ਕਿ ਮੇਰੀ ਸਾਲ ਨੌਕਰੀ ਹੋ ਗਈ ਔਰ 3 ਸਾਲ ਰਹਿ ਗਈ, 3 ਸਾਲ ਬਾਅਦ ਮੇਰਾ ਭਵਿੱਖ ਖਤਰੇ 'ਚ ਹੈ। ਉਹ ਤਾਂ ਪਹਿਲਾਂ ਹੀ ਇਨਸਿਕਿਉਰ ਕਰਤਾ, ਨਾ ਉਹਨੂੰ ਤੁਸੀਂ ਪੈਨਸ਼ਨ ਦਿੱਤੀ ਨਾ ਉਹਨੂੰ ਕੁਝ ਹੋਰ। ਇਸ ਕਰਕੇ ਜਿਹੜਾ ਦੇਸ਼ ਦਾ ਨੌਜਵਾਨ ਹੈ ਜਿਹੜਾ ਅੱਜ ਦੇਸ਼ ਦੇ ਲਈ ਮਰ ਮਿਟਣ ਨੂੰ ਤਿਆਰ ਹੈ। ਅੱਜ ਤਾਂ ਆਪਾਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਖਿਲਾਫ ਚਾਈਨਾ ਦੇ ਖਿਲਾਫ ਅੱਜ ਸਾਡਾ ਨੌਜਵਾਨ ਅੱਗੇ ਹੋ ਕੇ ਲੜਦਾ ਹੈ। ਉਹਦੇ ਲੜਨ ਦੀ ਸਮਰੱਥਾ ਕਿੱਥੇ ਰਹਿ ਜੂ? ਉਹ ਕਿਵੇਂ ਦੇਸ਼ ਦੀ ਸੁਰੱਖਿਆ ਦੇ ਲਈ ਕੰਮ ਕਰੂਗਾ ਜਿਹਦੀ ਆਪਣੀ ਸੁਰੱਖਿਆ 4 ਸਾਲਾਂ ਬਾਅਦ ਖਤਰੇ 'ਚ? ਤਾਂ ਇਹ ਇੱਕ ਬਹੁਤ ਹੀ घटिया मजाक है देश के नौजवानों नाल। देश का नौजवान अपने इत्थे किन्ने मुंडे तुसीं देखदे हो फतेहगढ़ साहब दफेड़े अपने स्टेडियम ते नाथल वाले पासे सवेरे शाम रनिंग करते हुंदे ने कि असीं फौज च भर्ती होना। कई नौजवानों ने टेस्ट पास किए हुए ने, कई नौजवानों ने जिहड़ा हैगा आ अपनी फौज की भर्ती क्लीयर की हुई है। ਅੱਜ ਉਹਨਾਂ ਲੱਖਾਂ ਨੌਜਵਾਨਾਂ ਨੂੰ ਵੀ ਜਵਾਬ ਦੇਤਾ। ਸੋ ਇਹ ਇੱਕ ਬਹੁਤ ਵੱਡਾ ਸਰਕਾਰ ਦਾ ਗਲਤ ਫੈਸਲਾ ਆ ਦੇਸ਼ ਦੇ ਵਾਸਤੇ, ਦੇਸ਼ ਦੇ ਭਵਿੱਖ ਦੇ ਵਾਸਤੇ, ਫੌਜ ਦੇ ਵਾਸਤੇ, ਨੌਜਵਾਨਾਂ ਦੇ ਭਵਿੱਖ ਦੇ ਲਈ ਦੇਸ਼ ਦੇ। ਸੋ ਇਹਦੇ ਖਿਲਾਫ ਕਾਂਗਰਸ ਪਾਰਟੀ ਅੱਜ ਪੂਰੇ ਦੇਸ਼ ਦੇ ਵਿੱਚ ਹਰੇਕ ਅਸੈਂਬਲੀ ਹਲਕੇ ਦੇ ਵਿੱਚ ਧਰਨਾ ਦੇ ਕੇ ਇਹਦਾ ਵਿਰੋਧ ਕਰ ਰਹੀ ਹੈ। ਕਾਂਗਰਸ ਪਾਰਟੀ ਰਾਸ਼ਟਰਪਤੀ ਨੂੰ, ਪ੍ਰਧਾਨ ਮੰਤਰੀ ਨੂੰ, ਗਵਰਨਰਾਂ ਨੂੰ, ਮੁੱਖ ਮੰਤਰੀਆਂ ਨੂੰ, ਸਾਰਿਆਂ ਨੂੰ ਇਹਦੇ ਵਾਸਤੇ ਆਪਣੇ ਮੰਗ ਪੱਤਰ ਆਪਣੇ ਲੈਵਲ ਤੇ ਪਾਰਟੀ ਦੇ ਰਹੀ ਹੈ। ਔਰ ਅੱਜ ਸਾਰੀਆਂ ਵਿਧਾਨ ਸਭਾ ਦੇ ਵਿੱਚ, ਦੇਸ਼ ਦੀਆਂ ਵਿਧਾਨ ਸਭਾ ਦੇ ਵਿੱਚ ਇਹਦੇ ਖਿਲਾਫ ਧਰਨੇ ਹੋ ਰਹੇ ਨੇ ਤਾਂ ਕਿ ਸਰਕਾਰ ਦੇ ਕੰਨ ਖੋਲੇ ਜਾ ਸਕਣ। ਸੱਤਿਆਗ੍ਰਹਿ ਦੇ ਰੂਪ ਦੇ ਵਿੱਚ ਇਹ ਅਗਨੀਪਥ ਦੇ ਖਿਲਾਫ ਕਾਂਗਰਸ ਨੇ ਇਹ ਆਪਣਾ ਜਿਹੜਾ ਹੈਗਾ ਐਜੀਟੇਸ਼ਨ ਸ਼ੁਰੂ ਕੀਤਾ ਆ। ਔਰ ਇਹਦੇ ਵਿੱਚ ਅਸੀਂ ਚੇਤਾਵਨੀ ਦਿੰਦੇ ਹਾਂ ਮੋਦੀ ਸਰਕਾਰ ਨੂੰ ਕਿ ਇਸ ਯੋਜਨਾ ਨੂੰ ਤੁਰੰਤ ਵਾਪਸ ਲੈ ਕੇ ਇਹ ਪੁਰਾਣੇ ਜਿਹੜੇ ਨਿਯਮ ਸੀ ਉਹਦੇ ਤਹਿਤ
ਸਾਡੇ ਨੌਜਵਾਨਾਂ ਨੂੰ ਫੌਜ 'ਚ ਭਰਤੀ ਕੀਤਾ ਜਾਵੇ ਔਰ ਜਿੰਨੇ ਵੀ ਫੌਜ ਦੇ ਵਿੱਚ ਔਰ ਸੈਂਟਰਲ ਗਵਰਨਮੈਂਟ ਦੇ ਵਿੱਚ ਕਰੋੜਾਂ ਨੌਕਰੀਆਂ ਜਿਹੜੀਆਂ ਖਾਲੀ ਪਈਆਂ ਨੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਦੇਣੀਆਂ ਚਾਹੀਦੀਆਂ ਨੇ। ਔਰ ਜਿਹੜਾ ਪੰਜਾਬ ਦੀ ਸਰਕਾਰ ਨੂੰ ਵੀ ਅਸੀਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਜਿੰਨੀਆਂ ਖਾਲੀ ਨੌਕਰੀਆਂ ਪਈਆਂ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਪੰਜਾਬ ਦੇ ਨੌਜਵਾਨਾਂ ਨੂੰ ਦੇ ਕੇ ਭਰਿਆ ਜਾਵੇ। ਇਹ ਸਾਡੀ ਮੰਗ ਹੈ। ਦੇਖੋ ਜਿਹੜਾ ਇਹ ਅਗਨੀਪਥ ਯੋਜਨਾ ਆ ਮੋਦੀ ਸਰਕਾਰ ਦੀ, ਇਹ ਇੱਕ ਸੋਚੀ ਸਮਝੀ ਮੈਂ ਕਹਿ ਸਕਦਾ ਕਿ ਬੀਜੇਪੀ ਔਰ ਆਰਐਸਐਸ ਦੀ ਸਾਜ਼ਿਸ਼ ਹੈ ਕਿ ਹਿੰਦੁਸਤਾਨ ਦੀ ਆਰਮੀ ਨੂੰ ਫੌਜ ਨੂੰ ਕਮਜ਼ੋਰ ਕੀਤਾ ਜਾਵੇ ਔਰ ਇੱਕ ਆਪਣਾ ਵਰਗ ਜਿਹੜਾ ਆ ਇਹਨਾਂ ਦਾ ਆਪਣਾ ਕੇਡਰ ਹੈ ਜਿਹੜਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ 4 ਸਾਲਾਂ ਦੀ ਟ੍ਰੇਨਿੰਗ ਦਵਾ ਕੇ 4 ਸਾਲ ਉੱਦਾਂ ਫੌਜ ਦੇ ਵਿੱਚ ਟ੍ਰੇਨਿੰਗ ਦਵਾ ਕੇ ਉਹਨੂੰ ਇਹ ਆਪਣਾ ਇੱਕ ਕੇਡਰ ਬਣਾਉਣਾ ਚਾਹੁੰਦੇ ਨੇ ਵੱਖਰਾ। ਔਰ ਜਿਵੇਂ ਕਮਿਊਨਿਸਟ ਪਾਰਟੀ ਆਫ ਚਾਈਨਾ ਔਰ ਜਿਵੇਂ ਹਿਟਲਰ ਨੇ ਆਪਣੇ ਰਾਜ ਦੇ ਦੌਰਾਨ ਆਪਣੀ ਆਰਮੀ ਤਿਆਰ ਕੀਤੀ ਸੀ, ਉਹ ਜਿਹੜੇ 4 ਸਾਲਾਂ ਬਾਅਦ ਆਉਣਗੇ, ਤੁਸੀਂ ਸੁਣਿਆ ਹੋਊਗਾ ਇਹਨਾਂ ਦਾ ਬਿਆਨ ਕਿ ਉਹਨਾਂ ਨੂੰ ਅਸੀਂ ਆਪਣੇ ਦਫ਼ਤਰਾਂ 'ਚ ਰੱਖ ਲਾਂਗੇ, ਅਸੀਂ ਆਪਣੀਆਂ ਥਾਵਾਂ ਤੇ ਰੱਖ ਲਾਂਗੇ। ਉਹ ਜਿਹੜਾ ਇਹਨਾਂ ਦੀ ਸਕੀਮ ਦਾ ਅੰਦਰੂਨੀ ਪੱਖ ਹੈ ਉਹ ਕੁਝ ਹੋਰ ਹੈ। ਔਰ ਦੇਸ਼ ਦਾ ਨੌਜਵਾਨ ਜਿਹੜਾ ਸਰਹੱਦਾਂ ਤੇ ਜਾ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦਾ ਹੈ, ਉਹ ਜਿਹੜਾ ਫੌਜ ਦਾ ਹੋਣ ਵਾਲਾ ਮਾਡਲ ਹੈ। ਤੁਸੀਂ ਇੱਕ ਛੋਟੇ ਜਿਹੇ ਸੰਗਠਨ 'ਚ ਕੰਮ ਕਰਦੇ ਹੋ, ਜੇ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਸਾਲ ਬਾਅਦ ਹਟਾ ਦੇਣਾ ਤੇ ਤੁਹਾਡੀ ਕੀ ਸਿੰਸੈਰਿਟੀ ਰਹੂਗੀ? ਤੁਹਾਡੇ ਦਿਮਾਗ ਦੇ ਵਿੱਚ ਉੱਥੇ ਕੰਮ ਕਰਨ ਦੀ ਥਾਂ ਤੇ ਇਹ ਰਹੂਗਾ ਕਿ ਮੈਂ ਦੂਸਰੀ ਨੌਕਰੀ ਕਿਹੜੀ ਵੇਖਣੀ। ਜਦੋਂ ਤੱਕ ਇਹ ਫੌਜ ਕੋਈ ਕਿਤੇ ਟੈਂਪਰੇਰੀ ਕਿਤੇ ਬਿਲਡਿੰਗ ਦੇ ਉੱਤੇ ਕੰਮ ਕਰਾਉਣ ਵਾਲਾ ਵਰਕਰ ਨਹੀਂ ਤੁਸੀਂ ਲੈਣਾ, ਜਾਂ ਕਿਸੇ ਦਫ਼ਤਰ ਦੇ ਵਿੱਚ ਆਊਟਸੋਰਸ ਕਰਕੇ ਕੰਮ ਕਰਨ ਵਾਲਾ ਕੋਈ ਮੁਲਾਜ਼ਮ ਨਹੀਂ ਲੈਣਾ। ਇਹ ਫੌਜ ਹੈ ਜਿਹਨੇ ਦੇਸ਼ ਦੀਆਂ ਸਰਹੱਦਾਂ ਤੇ ਸੁਰੱਖਿਆ ਕਰਨੀ ਹੈ। ਜਿਸ ਨੌਜਵਾਨ ਨੇ ਆਪਣੀ ਜਾਨ ਤਲੀ ਤੇ ਧਰ ਕੇ ਦੇਸ਼ ਦੀ ਸਰਹੱਦ ਦੇ ਉੱਤੇ ਦੇਸ਼ ਦੀ ਸੇਵਾ ਕਰਨੀ ਹੈ, ਉਹ ਨੌਜਵਾਨ ਦਾ ਜਦੋਂ ਭਵਿੱਖ ਹੀ ਉਹਨੂੰ ਧੁੰਦਲਾ ਨਜ਼ਰ ਆਊਗਾ ਤਾਂ ਉਹ ਕਿਵੇਂ ਨੌਕਰੀ ਸਹੀ ਤਰੀਕੇ ਨਾਲ ਕਰ ਸਕਦਾ ਦੇਸ਼ ਦੀ ਸਰਹੱਦ। ਉਹਨੂੰ ਤਾਂ ਇਹ ਪਤਾ ਹੋਣਾ ਕਿ ਮੇਰੀ ਸਾਲ ਨੌਕਰੀ ਹੋ ਗਈ ਔਰ 3 ਸਾਲ ਰਹਿ ਗਈ, 3 ਸਾਲ ਬਾਅਦ ਮੇਰਾ ਭਵਿੱਖ ਖਤਰੇ 'ਚ ਹੈ। ਉਹ ਤਾਂ ਪਹਿਲਾਂ ਹੀ ਇਨਸਿਕਿਉਰ ਕਰਤਾ, ਨਾ ਉਹਨੂੰ ਤੁਸੀਂ ਪੈਨਸ਼ਨ ਦਿੱਤੀ ਨਾ ਉਹਨੂੰ ਕੁਝ ਹੋਰ। ਇਸ ਕਰਕੇ ਜਿਹੜਾ ਦੇਸ਼ ਦਾ ਨੌਜਵਾਨ ਹੈ, ਜਿਹੜਾ ਅੱਜ ਦੇਸ਼ ਦੇ ਲਈ ਮਰ ਮਿਟਣ ਨੂੰ ਤਿਆਰ ਹੈ, ਅੱਜ ਤਾਂ ਆਪਾਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਖਿਲਾਫ, ਚਾਈਨਾ ਦੇ ਖਿਲਾਫ ਅੱਜ ਸਾਡਾ ਨੌਜਵਾਨ ਅੱਗੇ ਹੋ ਕੇ ਲੜਦਾ ਹੈ। ਉਹਦੇ ਲੜਨ ਦੀ ਸਮਰੱਥਾ ਕਿੱਥੇ ਰਹਿ ਜੂਗੀ? ਉਹ ਕਿਵੇਂ ਦੇਸ਼ ਦੀ ਸੁਰੱਖਿਆ ਦੇ ਲਈ ਕੰਮ ਕਰੂਗਾ ਜਿਹਦੀ ਆਪਣੀ ਸੁਰੱਖਿਆ 4 ਸਾਲਾਂ ਬਾਅਦ ਖਤਰੇ 'ਚ? ਸੋ ਇਹ ਇੱਕ ਬਹੁਤ ਹੀ ਘਟੀਆ ਮਜ਼ਾਕ ਹੈ ਦੇਸ਼ ਦੇ ਨੌਜਵਾਨਾਂ ਨਾਲ। ਦੇਸ਼ ਦਾ ਨੌਜਵਾਨ ਆਪਣੇ ਇੱਥੇ ਕਿੰਨੇ ਮੁੰਡੇ ਤੁਸੀਂ ਦੇਖਦੇ ਹੋ, ਫਤਿਹਗੜ੍ਹ ਸਾਹਿਬ ਦਫੇੜੇ ਆਪਣੇ ਸਟੇਡੀਅਮ 'ਚ ਤੇ ਨਾਥਲ ਵਾਲੇ ਪਾਸੇ ਸਵੇਰੇ ਸ਼ਾਮ ਰਨਿੰਗ ਕਰਦੇ ਹੁੰਦੇ ਨੇ ਕਿ ਅਸੀਂ ਫੌਜ 'ਚ ਭਰਤੀ ਹੋਣਾ। ਕਈ ਨੌਜਵਾਨਾਂ ਨੇ ਟੈਸਟ ਪਾਸ ਕੀਤੇ ਹੋਏ ਨੇ, ਕਈ ਨੌਜਵਾਨਾਂ ਨੇ ਜਿਹੜਾ ਹੈਗਾ ਆ ਆਪਣੀ ਫੌਜ ਦੀ ਭਰਤੀ ਕਲੀਅਰ ਕੀਤੀ ਹੋਈ ਹੈ। ਅੱਜ ਉਹਨਾਂ ਲੱਖਾਂ ਨੌਜਵਾਨਾਂ ਨੂੰ ਵੀ ਜਵਾਬ ਦੇਤਾ। ਸੋ ਇਹ ਇੱਕ ਬਹੁਤ ਵੱਡਾ ਸਰਕਾਰ ਦਾ ਗਲਤ ਫੈਸਲਾ ਆ ਦੇਸ਼ ਦੇ ਵਾਸਤੇ, ਦੇਸ਼ ਦੇ ਭਵਿੱਖ ਦੇ ਵਾਸਤੇ, ਫੌਜ ਦੇ ਵਾਸਤੇ, ਨੌਜਵਾਨਾਂ ਦੇ ਭਵਿੱਖ ਦੇ ਲਈ ਦੇਸ਼ ਦੇ। ਸੋ ਇਹਦੇ ਖਿਲਾਫ ਕਾਂਗਰਸ ਪਾਰਟੀ ਅੱਜ ਪੂਰੇ ਦੇਸ਼ ਦੇ ਵਿੱਚ ਹਰੇਕ ਅਸੈਂਬਲੀ ਹਲਕੇ ਦੇ ਵਿੱਚ ਧਰਨਾ ਦੇ ਕੇ ਇਹਦਾ ਵਿਰੋਧ ਕਰ ਰਹੀ ਹੈ। ਕਾਂਗਰਸ ਪਾਰਟੀ ਰਾਸ਼ਟਰਪਤੀ ਨੂੰ, ਪ੍ਰਧਾਨ ਮੰਤਰੀ ਨੂੰ, ਗਵਰਨਰਾਂ ਨੂੰ, ਮੁੱਖ ਮੰਤਰੀਆਂ ਨੂੰ, ਸਾਰਿਆਂ ਨੂੰ ਇਹਦੇ ਵਾਸਤੇ ਆਪਣੇ ਮੰਗ ਪੱਤਰ ਆਪਣੇ ਲੈਵਲ ਤੇ ਪਾਰਟੀ ਦੇ ਰਹੀ ਹੈ।
ਔਰ ਅੱਜ ਸਾਰੀਆਂ ਵਿਧਾਨ ਸਭਾ ਦੇ ਵਿੱਚ, ਦੇਸ਼ ਦੀਆਂ ਵਿਧਾਨ ਸਭਾ ਦੇ ਵਿੱਚ ਇਹਦੇ ਖਿਲਾਫ ਧਰਨੇ ਹੋ ਰਹੇ ਨੇ ਤਾਂ ਕਿ ਸਰਕਾਰ ਦੇ ਕੰਨ ਖੋਲੇ ਜਾ ਸਕਣ। ਸੱਤਿਆਗ੍ਰਹਿ ਦੇ ਰੂਪ ਦੇ ਵਿੱਚ ਇਹ ਅਗਨੀਪਥ ਦੇ ਖਿਲਾਫ ਕਾਂਗਰਸ ਨੇ ਇਹ ਆਪਣਾ ਜਿਹੜਾ ਹੈਗਾ ਐਜੀਟੇਸ਼ਨ ਸ਼ੁਰੂ ਕੀਤਾ ਆ ਔਰ ਇਹਦੇ ਵਿੱਚ ਅਸੀਂ ਚੇਤਾਵਨੀ ਦਿੰਦੇ ਆ ਮੋਦੀ ਸਰਕਾਰ ਨੂੰ ਕਿ ਇਸ ਯੋਜਨਾ ਨੂੰ ਤੁਰੰਤ ਵਾਪਸ ਲੈ ਕੇ ਇਹ ਪੁਰਾਣੇ ਜਿਹੜੇ ਨਿਯਮ ਸੀ ਉਹਦੇ ਤਹਿਤ ਸਾਡੇ ਨੌਜਵਾਨਾਂ ਨੂੰ ਫੌਜ 'ਚ ਭਰਤੀ ਕੀਤਾ ਜਾਵੇ ਔਰ ਜਿੰਨੇ ਵੀ ਫੌਜ ਦੇ ਵਿੱਚ ਔਰ ਸੈਂਟਰਲ ਗਵਰਨਮੈਂਟ ਦੇ ਵਿੱਚ ਕਰੋੜਾਂ ਨੌਕਰੀਆਂ ਜਿਹੜੀਆਂ ਖਾਲੀ ਪਈਆਂ ਨੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਦੇਣੀਆਂ ਚਾਹੀਦੀਆਂ ਨੇ। ਔਰ ਜਿਹੜਾ ਪੰਜਾਬ ਦੀ ਸਰਕਾਰ ਨੂੰ ਵੀ ਅਸੀਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਜਿੰਨੀਆਂ ਖਾਲੀ ਨੌਕਰੀਆਂ ਪਈਆਂ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਪੰਜਾਬ ਦੇ ਨੌਜਵਾਨਾਂ ਨੂੰ ਦੇ ਕੇ ਭਰਿਆ ਜਾਵੇ। ਇਹ ਸਾਡੀ ਮੰਗ ਹੈ। ਦੇਖੋ ਜਿਹੜਾ ਇਹ ਅਗਨੀਪਥ ਯੋਜਨਾ ਆ ਮੋਦੀ ਸਰਕਾਰ ਦੀ, ਇਹ ਇੱਕ ਸੋਚੀ ਸਮਝੀ ਮੈਂ ਕਹਿ ਸਕਦਾ ਕਿ ਬੀਜੇਪੀ ਔਰ ਆਰਐਸਐਸ ਦੀ ਸਾਜ਼ਿਸ਼ ਹੈ ਕਿ ਹਿੰਦੁਸਤਾਨ ਦੀ ਆਰਮੀ ਨੂੰ, ਫੌਜ ਨੂੰ ਕਮਜ਼ੋਰ ਕੀਤਾ ਜਾਵੇ ਔਰ ਇੱਕ ਆਪਣਾ ਵਰਗ ਜਿਹੜਾ ਆ ਇਹਨਾਂ ਦਾ ਆਪਣਾ ਕੇਡਰ ਹੈ ਜਿਹੜਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ 4 ਸਾਲਾਂ ਦੀ ਟ੍ਰੇਨਿੰਗ ਦਿਵਾ ਕੇ 4 ਸਾਲ ਉਹਦਾ ਫੌਜ ਦੇ ਵਿੱਚ ਟ੍ਰੇਨਿੰਗ ਦਿਵਾ ਕੇ ਉਹਨੂੰ ਇਹ ਆਪਣਾ ਇੱਕ ਕੇਡਰ ਬਣਾਉਣਾ ਚਾਹੁੰਦੇ ਨੇ ਵੱਖਰਾ। ਔਰ ਜਿਵੇਂ ਕਮਿਊਨਿਸਟ ਪਾਰਟੀ ਆਫ ਚਾਈਨਾ ਔਰ ਜਿਵੇਂ ਹਿਟਲਰ ਨੇ ਆਪਣੇ ਰਾਜ ਦੇ ਦੌਰਾਨ ਆਪਣੀ ਆਰਮੀ ਤਿਆਰ ਕੀਤੀ ਸੀ, ਉਹ ਜਿਹੜੇ 4 ਸਾਲਾਂ ਬਾਅਦ ਆਉਣਗੇ, ਤੁਸੀਂ ਸੁਣਿਆ ਹੋਊਗਾ ਇਹਨਾਂ ਦਾ ਬਿਆਨ ਕਿ ਉਹਨਾਂ ਨੂੰ ਅਸੀਂ ਆਪਣੇ ਦਫ਼ਤਰਾਂ 'ਚ ਰੱਖ ਲਾਂਗੇ, ਅਸੀਂ ਆਪਣੀਆਂ ਥਾਵਾਂ ਤੇ ਰੱਖ ਲਾਂਗੇ। ਉਹ ਜਿਹੜਾ ਇਹਨਾਂ ਦੀ ਸਕੀਮ ਦਾ ਅੰਦਰੂਨੀ ਪੱਖ ਹੈ ਉਹ ਕੁਝ ਹੋਰ ਹੈ। ਔਰ ਦੇਸ਼ ਦਾ ਨੌਜਵਾਨ ਜਿਹੜਾ ਸਰਹੱਦਾਂ ਤੇ ਜਾ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦਾ, ਉਹ ਜਿਹੜਾ ਫੌਜ ਦਾ ਹੋਣ ਵਾਲਾ ਮਾਡਲ ਹੈ। ਤੁਸੀਂ ਇੱਕ ਛੋਟੇ ਜਿਹੇ ਸੰਗਠਨ 'ਚ ਕੰਮ ਕਰਦੇ ਹੋ, ਜੇ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਸਾਲ ਬਾਅਦ ਹਟਾ ਦੇਣਾ ਤੇ ਤੁਹਾਡੀ ਕੀ ਸਿੰਸੈਰਿਟੀ ਰਹੂਗੀ? ਤੁਹਾਡੇ ਦਿਮਾਗ ਦੇ ਵਿੱਚ ਉੱਥੇ ਕੰਮ ਕਰਨ ਦੀ ਥਾਂ ਤੇ ਇਹ ਰਹੂਗਾ ਕਿ ਮੈਂ ਦੂਸਰੀ ਨੌਕਰੀ ਕਿਹੜੀ ਵੇਖਣੀ। ਜਦੋਂ ਤੱਕ ਇਹ ਫੌਜ ਕੋਈ ਕਿਤੇ ਟੈਂਪਰੇਰੀ ਕਿਤੇ ਬਿਲਡਿੰਗ ਦੇ ਉੱਤੇ ਕੰਮ ਕਰਾਉਣ ਵਾਲਾ ਵਰਕਰ ਨਹੀਂ ਤੁਸੀਂ ਲੈਣਾ, ਜਾਂ ਕਿਸੇ ਦਫ਼ਤਰ ਦੇ ਵਿੱਚ ਆਊਟਸੋਰਸ ਕਰਕੇ ਕੰਮ ਕਰਨ ਵਾਲਾ ਕੋਈ ਮੁਲਾਜ਼ਮ ਨਹੀਂ ਲੈਣਾ। ਇਹ ਫੌਜ ਹੈ ਜਿਹਨੇ ਦੇਸ਼ ਦੀਆਂ ਸਰਹੱਦਾਂ ਤੇ ਸੁਰੱਖਿਆ ਕਰਨੀ ਹੈ। ਜਿਸ ਨੌਜਵਾਨ ਨੇ ਆਪਣੀ ਜਾਨ ਤਲੀ ਤੇ ਧਰ ਕੇ ਦੇਸ਼ ਦੀ ਸਰਹੱਦ ਦੇ ਉੱਤੇ ਦੇਸ਼ ਦੀ ਸੇਵਾ ਕਰਨੀ ਹੈ, ਉਹ ਨੌਜਵਾਨ ਦਾ ਜਦੋਂ ਭੁੱਖ ਹੀ ਉਹਨੂੰ ਧੁੰਦਲਾ ਨਜ਼ਰ ਆਊਗਾ ਤਾਂ ਉਹ ਕਿਵੇਂ ਨੌਕਰੀ ਸਹੀ ਤਰੀਕੇ ਨਾਲ ਕਰ ਸਕਦਾ ਦੇਸ਼ ਦੀ ਸਰਹੱਦ। ਉਹਨੂੰ ਤਾਂ ਇਹ ਪਤਾ ਹੋਣਾ ਕਿ ਮੇਰੀ ਸਾਲ ਨੌਕਰੀ ਹੋ ਗਈ ਔਰ 3 ਸਾਲ ਰਹਿ ਗਈ, 3 ਸਾਲ ਬਾਅਦ ਮੇਰਾ ਭਵਿੱਖ ਖਤਰੇ 'ਚ ਹੈ। ਉਹ ਤਾਂ ਪਹਿਲਾਂ ਹੀ ਇਨਸਿਕਿਉਰ ਕਰਤਾ, ਨਾ ਉਹਨੂੰ ਤੁਸੀਂ ਪੈਨਸ਼ਨ ਦਿੱਤੀ, ਨਾ ਉਹਨੂੰ ਕੁਝ ਹੋਰ। ਇਸ ਕਰਕੇ ਜਿਹੜਾ ਦੇਸ਼ ਦਾ ਨੌਜਵਾਨ ਹੈ, ਜਿਹੜਾ ਅੱਜ ਦੇਸ਼ ਦੇ ਲਈ ਮਰ ਮਿਟਣ ਨੂੰ ਤਿਆਰ ਹੈ, ਅੱਜ ਤਾਂ ਆਪਾਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਖਿਲਾਫ, ਚਾਈਨਾ ਦੇ ਖਿਲਾਫ ਅੱਜ ਸਾਡਾ ਨੌਜਵਾਨ ਅੱਗੇ ਹੋ ਕੇ ਲੜਦਾ ਹੈ। ਉਹਦੇ ਲੜਨ ਦੀ ਸਮਰੱਥਾ ਕਿੱਥੇ ਰਹਿ ਜੂਗੀ? ਉਹ ਕਿਵੇਂ ਦੇਸ਼ ਦੀ ਸੁਰੱਖਿਆ ਦੇ ਲਈ ਕੰਮ ਕਰੂਗਾ ਜਿਹਦੀ ਆਪਣੀ ਸੁਰੱਖਿਆ 4 ਸਾਲਾਂ ਬਾਅਦ ਖਤਰੇ 'ਚ? ਤਾਂ ਇਹ ਇੱਕ ਬਹੁਤ ਹੀ ਘਟੀਆ ਮਜ਼ਾਕ ਹੈ ਦੇਸ਼ ਦੇ ਨੌਜਵਾਨਾਂ ਨਾਲ। ਦੇਸ਼ ਦਾ ਨੌਜਵਾਨ ਆਪਣੇ ਇੱਥੇ ਕਿੰਨੇ ਮੁੰਡੇ ਤੁਸੀਂ ਦੇਖਦੇ ਹੋ, ਫਤਿਹਗੜ੍ਹ ਸਾਹਿਬ, ਦਫੇੜੇ, ਆਪਣੇ ਸਟੇਡੀਅਮ 'ਚ ਜਨਾਥਲ ਵਾਲੇ ਪਾਸੇ ਸਵੇਰੇ ਸ਼ਾਮ ਰਨਿੰਗ ਕਰਦੇ ਹੁੰਦੇ ਨੇ ਕਿ ਅਸੀਂ ਫੌਜ 'ਚ ਭਰਤੀ ਹੋਣਾ। ਕਈ ਨੌਜਵਾਨਾਂ ਨੇ ਟੈਸਟ ਪਾਸ ਕੀਤੇ ਹੋਏ ਨੇ, ਕਈ ਨੌਜਵਾਨਾਂ ਨੇ ਜਿਹੜਾ ਹੈਗਾ ਆ ਆਪਣੀ ਫੌਜ ਦੀ ਭਰਤੀ ਕਲੀਅਰ ਕੀਤੀ ਹੋਈ ਹੈ। ਅੱਜ ਉਹਨਾਂ ਲੱਖਾਂ ਨੌਜਵਾਨਾਂ ਨੂੰ ਵੀ ਜਵਾਬ ਦੇਤਾ। ਸੋ ਇਹ ਇੱਕ ਬਹੁਤ ਵੱਡਾ
सरकार दा गलत फैसला आ देश दे वास्ते, देश दे भविख दे वास्ते, फौज दे वास्ते, नौजवानों दे भविख दे लई देश दे। सो इहदे खिलाफ कांग्रेस पार्टी अज पूरे देश दे विच हरेक असैंबली हलके दे विच धरना दे के इहदा विरोध कर रही है। कांग्रेस पार्टी राष्ट्रपति नूं, प्रधानमंत्री नूं, गवर्नरां नूं, मुख मंत्रियां नूं, सारिआं नूं इहदे वास्ते अपने मंग पत्र अपने लैवल ते पार्टी दे रही है। और अज सारियां विधान सभा दे विच, देश दीआं विधान सभा दे विच इहदे खिलाफ धरने हो रहे ने ताकि सरकार दे कंन खोले जा सके। सत्याग्रह दे रूप दे विच इह अग्निपथ के खिलाफ कांग्रेस ने यह अपना जिहड़ा हैगा एजीटेशन शुरू किया आ। और इहदे विच असीं चेतावनी दिंदे आ मोदी सरकार नूं कि इस योजना नूं वापस तुरंत वापस लैके ये पुराने जिहड़े नियम सी उहदे तहत साडे नौजवानों नूं फौज च भर्ती किया जावे। और जिन्ने भी फौज दे विच और सेंट्रल गवर्नमेंट दे विच करोड़ां नौकरियां जिहड़ियां खाली पईयां ने देश के बेरोजगार नौजवानों नूं देणियां चाहीदियां ने। और जिहड़ा पंजाब दी सरकार नूं भी असीं मुख मंत्री नूं कहना चाहुंदे हां कि पंजाब दे विच भी जिन्नियां खाली नौकरियां पईयां ने उन्हां नूं छेती तो छेती पंजाब दे नौजवानों नूं दे के भरिया जावे। ये साडी मंग है। देखो जिहड़ा ये अग्निपथ योजना आ मोदी सरकार दी, ये एक सोची समझी मैं कह सकता कि बीजेपी और आरएसएस की साजिश है कि हिंदुस्तान की आर्मी नूं, फौज नूं कमज़ोर किया जाए और एक अपना वर्ग जिहड़ा आ इन्हां दा अपना केडर है जिहड़ा उन्होंने किसी ना किसी तरीके नाल 4 सालां दी ट्रेनिंग दवा के 4 साल उद्या फौज दे विच ट्रेनिंग दवा के उन्होंने ये अपना एक केडर बनाना चाहते हैं वखरा। और जिवें कम्युनिस्ट पार्टी ऑफ चाइना और जिवें हिटलर ने अपने राज दे दौरान अपनी आर्मी तैयार की, वो जिहड़े 4 साल बाद आउणगे, तुसीं सुनिया होगा इन्हां दा बयान कि उन्होंने असीं अपने दफ्तरां 'च रख लांगे, असीं अपनियां थावां ते रख लांगे। वो जिहड़ा इन्हां दी स्कीम दा अंदरूनी पक्ष है वो कुछ होर है। और देश दा नौजवान जिहड़ा सरहदां ते जाके देश की सेवा करनी चाहुंदा है, वो जिहड़ा फौज दा होण वाला मॉडल है। तुसीं एक छोटे जे संगठन 'च काम करदे हो, जे तुहानूं पता होवे कि तुहानूं साल बाद हटा देना है ते तुहाडी की सिंसैरिटी रहूगी? तुहाडे दिमाग दे विच उत्थे काम करन दी थां ते ये रहूगा कि मैं दूसरी नौकरी किहड़ी वेखणी। जदों तक ये फौज कोई किते टैंपरेरी किते बिल्डिंग दे उत्ते काम कराउण वाला वर्कर नहीं तुसीं रहना, जां किसी दफ्तर दे विच आउटसोर्स करके काम करने वाला कोई मुलाजम नहीं लेना। ये फौज है जिन्हें देश दियां सरहदां ते सुरक्षा करनी है। जिस नौजवान ने अपनी जान तली ते धर के देश की सरहद के उत्ते देश की सेवा करनी है, वो नौजवान का जदों भविख ही उन्होंने धुंधला नजर आऊगा तो वो किवें नौकरी सही तरीके नाल कर सकता है देश की सरहद। उन्होंने तो यह पता होना कि मेरी साल नौकरी होगी और 3 साल रह गई, 3 साल बाद मेरा भविख खतरे च है। वो तो पहला ही इनसिक्योर करता, ना उन्होंने तुसीं पेंशन दिती ना उन्होंने कुछ होर। इस करके जिहड़ा देश का नौजवान है जिहड़ा अज देश के लिए मर मिटन नूं तैयार है, अज तो आप देखते हैं कि पाकिस्तान के खिलाफ, चाइना के खिलाफ अज साडा नौजवान अगे होके लड़दा है। उहदे लड़न की समर्था कित्थे रह जूगी? वो किवें देश की सुरक्षा के लिए काम करूगा जिहदी अपनी सुरक्षा 4 साल बाद खतरे च। तो ये एक बहुत ही घटिया मजाक है देश के नौजवानों नाल। देश का नौजवान
ਆਪਣੇ ਇੱਥੇ ਕਿੰਨੇ ਮੁੰਡੇ ਤੁਸੀਂ ਦੇਖਦੇ ਹੋ ਫਤਿਹਗੜ੍ਹ ਸਾਹਿਬ ਦਫੇੜੇ ਆਪਣੇ ਸਟੇਡੀਅਮ 'ਚ ਜਨਾਥਲ ਵਾਲੇ ਪਾਸੇ ਸਵੇਰੇ ਸ਼ਾਮ ਰਨਿੰਗ ਕਰਦੇ ਹੁੰਦੇ ਨੇ ਕਿ ਅਸੀਂ ਫੌਜ 'ਚ ਭਰਤੀ ਹੋਣਾ। ਕਈ ਨੌਜਵਾਨਾਂ ਨੇ ਟੈਸਟ ਪਾਸ ਕੀਤੇ ਹੋਏ ਨੇ, ਕਈ ਨੌਜਵਾਨਾਂ ਨੇ ਜਿਹੜਾ ਹੈਗਾ ਆ ਆਪਣੀ ਫੌਜ ਦੀ ਭਰਤੀ ਕਲੀਅਰ ਕੀਤੀ ਹੋਈ ਹੈ। ਅੱਜ ਉਹਨਾਂ ਲੱਖਾਂ ਨੌਜਵਾਨਾਂ ਨੂੰ ਵੀ ਜਵਾਬ ਦੇਤਾ। ਸੋ ਇਹ ਇੱਕ ਬਹੁਤ ਵੱਡਾ ਸਰਕਾਰ ਦਾ ਗਲਤ ਫੈਸਲਾ ਆ ਦੇਸ਼ ਦੇ ਵਾਸਤੇ, ਦੇਸ਼ ਦੇ ਭਵਿੱਖ ਦੇ ਵਾਸਤੇ, ਫੌਜ ਦੇ ਵਾਸਤੇ, ਨੌਜਵਾਨਾਂ ਦੇ ਭਵਿੱਖ ਦੇ ਲਈ ਦੇਸ਼ ਦੇ। ਸੋ ਇਹਦੇ ਖਿਲਾਫ ਕਾਂਗਰਸ ਪਾਰਟੀ ਅੱਜ ਪੂਰੇ ਦੇਸ਼ ਦੇ ਵਿੱਚ ਹਰੇਕ ਅਸੈਂਬਲੀ ਹਲਕੇ ਦੇ ਵਿੱਚ ਧਰਨਾ ਦੇ ਕੇ ਇਹਦਾ ਵਿਰੋਧ ਕਰ ਰਹੀ ਹੈ। ਕਾਂਗਰਸ ਪਾਰਟੀ ਰਾਸ਼ਟਰਪਤੀ ਨੂੰ, ਪ੍ਰਧਾਨ ਮੰਤਰੀ ਨੂੰ, ਗਵਰਨਰਾਂ ਨੂੰ, ਮੁੱਖ ਮੰਤਰੀਆਂ ਨੂੰ, ਸਾਰਿਆਂ ਨੂੰ ਇਹਦੇ ਵਾਸਤੇ ਆਪਣੇ ਮੰਗ ਪੱਤਰ ਆਪਣੇ ਲੈਵਲ ਤੇ ਪਾਰਟੀ ਦੇ ਰਹੀ ਹੈ। ਔਰ ਅੱਜ ਸਾਰੀਆਂ ਵਿਧਾਨ ਸਭਾ ਦੇ ਵਿੱਚ, ਦੇਸ਼ ਦੀਆਂ ਵਿਧਾਨ ਸਭਾ ਦੇ ਵਿੱਚ ਇਹਦੇ ਖਿਲਾਫ ਧਰਨੇ ਹੋ ਰਹੇ ਨੇ ਤਾਂ ਕਿ ਸਰਕਾਰ ਦੇ ਕੰਨ ਖੋਲੇ ਜਾ ਸਕਣ। ਸੱਤਿਆਗ੍ਰਹਿ ਦੇ ਰੂਪ ਦੇ ਵਿੱਚ ਇਹ ਅਗਨੀਪਥ ਦੇ ਖਿਲਾਫ ਕਾਂਗਰਸ ਨੇ ਇਹ ਆਪਣਾ ਜਿਹੜਾ ਹੈਗਾ ਐਜੀਟੇਸ਼ਨ ਸ਼ੁਰੂ ਕੀਤਾ ਆ। ਔਰ ਇਹਦੇ ਵਿੱਚ ਅਸੀਂ ਚੇਤਾਵਨੀ ਦਿੰਦੇ ਆ ਮੋਦੀ ਸਰਕਾਰ ਨੂੰ ਕਿ ਇਸ ਯੋਜਨਾ ਨੂੰ ਤੁਰੰਤ ਵਾਪਸ ਲੈ ਕੇ ਇਹ ਪੁਰਾਣੇ ਜਿਹੜੇ ਨਿਯਮ ਸੀ ਉਹਦੇ ਤਹਿਤ ਸਾਡੇ ਨੌਜਵਾਨਾਂ ਨੂੰ ਫੌਜ 'ਚ ਭਰਤੀ ਕੀਤਾ ਜਾਵੇ। ਔਰ ਜਿੰਨੇ ਵੀ ਫੌਜ ਦੇ ਵਿੱਚ ਔਰ ਸੈਂਟਰਲ ਗਵਰਨਮੈਂਟ ਦੇ ਵਿੱਚ ਕਰੋੜਾਂ ਨੌਕਰੀਆਂ ਜਿਹੜੀਆਂ ਖਾਲੀ ਪਈਆਂ ਨੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਦੇਣੀਆਂ ਚਾਹੀਦੀਆਂ ਨੇ। ਔਰ ਜਿਹੜਾ ਪੰਜਾਬ ਦੀ ਸਰਕਾਰ ਨੂੰ ਵੀ ਅਸੀਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਜਿੰਨੀਆਂ ਖਾਲੀ ਨੌਕਰੀਆਂ ਪਈਆਂ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਪੰਜਾਬ ਦੇ ਨੌਜਵਾਨਾਂ ਨੂੰ ਦੇ ਕੇ ਭਰਿਆ ਜਾਵੇ। ਇਹ ਸਾਡੀ ਮੰਗ ਹੈ। ਦੇਖੋ ਜਿਹੜਾ ਇਹ ਅਗਨੀਪਥ ਯੋਜਨਾ ਆ ਮੋਦੀ ਸਰਕਾਰ ਦੀ, ਇਹ ਇੱਕ ਸੋਚੀ ਸਮਝੀ ਮੈਂ ਕਹਿ ਸਕਦਾ ਕਿ ਬੀਜੇਪੀ ਔਰ ਆਰਐਸਐਸ ਦੀ ਸਾਜ਼ਿਸ਼ ਹੈ ਕਿ ਹਿੰਦੁਸਤਾਨ ਦੀ ਆਰਮੀ ਨੂੰ, ਫੌਜ ਨੂੰ ਕਮਜ਼ੋਰ ਕੀਤਾ ਜਾਵੇ ਔਰ ਇੱਕ ਆਪਣਾ ਵਰਗ ਜਿਹੜਾ ਆ ਇਹਨਾਂ ਦਾ ਆਪਣਾ ਕੇਡਰ ਹੈ ਜਿਹੜਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ 4 ਸਾਲਾਂ ਦੀ ਟ੍ਰੇਨਿੰਗ ਦਵਾ ਕੇ 4 ਸਾਲ ਉੱਦਾਂ ਫੌਜ ਦੇ ਵਿੱਚ ਟ੍ਰੇਨਿੰਗ ਦਵਾ ਕੇ ਉਹਨੂੰ ਇਹ ਆਪਣਾ ਇੱਕ ਕੇਡਰ ਬਣਾਉਣਾ ਚਾਹੁੰਦੇ ਨੇ ਵੱਖਰਾ। ਔਰ ਜਿਵੇਂ ਕਮਿਊਨਿਸਟ ਪਾਰਟੀ ਆਫ ਚਾਈਨਾ ਔਰ ਜਿਵੇਂ ਹਿਟਲਰ ਨੇ ਆਪਣੇ ਰਾਜ ਦੇ ਦੌਰਾਨ ਆਪਣੀ ਆਰਮੀ ਤਿਆਰ ਕੀਤੀ ਸੀ, ਉਹ ਜਿਹੜੇ 4 ਸਾਲਾਂ ਬਾਅਦ ਆਉਣਗੇ, ਤੁਸੀਂ ਸੁਣਿਆ ਹੋਊਗਾ ਇਹਨਾਂ ਦਾ ਬਿਆਨ ਕਿ ਉਹਨਾਂ ਨੂੰ ਅਸੀਂ ਆਪਣੇ ਦਫ਼ਤਰਾਂ 'ਚ ਰੱਖ ਲਾਂਗੇ, ਅਸੀਂ ਆਪਣੀਆਂ ਥਾਵਾਂ ਤੇ ਰੱਖ ਲਾਂਗੇ। ਉਹ ਜਿਹੜਾ ਇਹਨਾਂ ਦੀ ਸਕੀਮ ਦਾ ਅੰਦਰੂਨੀ ਪੱਖ ਹੈ ਉਹ ਕੁਝ ਹੋਰ ਹੈ। ਔਰ ਦੇਸ਼ ਦਾ ਨੌਜਵਾਨ ਜਿਹੜਾ ਸਰਹੱਦਾਂ ਤੇ ਜਾ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦਾ, ਉਹ ਜਿਹੜਾ ਫੌਜ ਦਾ ਹੋਣ ਵਾਲਾ ਮਾਡਲ ਹੈ। ਤੁਸੀਂ ਇੱਕ ਛੋਟੇ ਜਿਹੇ ਸੰਗਠਨ 'ਚ ਕੰਮ ਕਰਦੇ ਹੋ, ਜੇ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਸਾਲ ਬਾਅਦ ਹਟਾ ਦੇਣਾ ਤੇ ਤੁਹਾਡੀ ਕੀ ਸਿੰਸੈਰਿਟੀ ਰਹੂਗੀ? ਤੁਹਾਡੇ ਦਿਮਾਗ ਦੇ ਵਿੱਚ ਉੱਥੇ ਕੰਮ ਕਰਨ ਦੀ ਥਾਂ ਤੇ ਇਹ ਰਹੂਗਾ ਕਿ ਮੈਂ ਦੂਸਰੀ ਨੌਕਰੀ ਕਿਹੜੀ ਵੇਖਣੀ। ਜਦੋਂ ਤੱਕ ਇਹ ਫੌਜ ਕੋਈ ਕਿਤੇ ਟੈਂਪਰੇਰੀ ਕਿਤੇ ਬਿਲਡਿੰਗ ਦੇ ਉੱਤੇ ਕੰਮ ਕਰਾਉਣ ਵਾਲਾ ਵਰਕਰ ਨਹੀਂ ਤੁਸੀਂ ਲੈਣਾ, ਜਾਂ ਕਿਸੇ ਦਫ਼ਤਰ ਦੇ ਵਿੱਚ ਆਊਟਸੋਰਸ ਕਰਕੇ ਕੰਮ ਕਰਨ ਵਾਲਾ ਕੋਈ ਮੁਲਾਜ਼ਮ ਨਹੀਂ ਲੈਣਾ। ਇਹ ਫੌਜ ਹੈ ਜਿਹਨੇ ਦੇਸ਼ ਦੀਆਂ ਸਰਹੱਦਾਂ ਤੇ ਸੁਰੱਖਿਆ ਕਰਨੀ ਹੈ। ਜਿਸ ਨੌਜਵਾਨ ਨੇ ਆਪਣੀ ਜਾਨ ਤਲੀ ਤੇ ਧਰ ਕੇ ਦੇਸ਼ ਦੀ ਸਰਹੱਦ ਦੇ ਉੱਤੇ ਦੇਸ਼ ਦੀ ਸੇਵਾ ਕਰਨੀ ਹੈ, ਉਹ ਨੌਜਵਾਨ ਦਾ ਜਦੋਂ ਭਵਿੱਖ ਹੀ ਉਹਨੂੰ ਧੁੰਦਲਾ ਨਜ਼ਰ ਆਊਗਾ ਤਾਂ ਉਹ ਕਿਵੇਂ ਨੌਕਰੀ ਸਹੀ ਤਰੀਕੇ ਨਾਲ ਕਰ ਸਕਦਾ ਦੇਸ਼ ਦੀ ਸਰਹੱਦ। ਉਹਨੂੰ ਤਾਂ ਇਹ ਪਤਾ ਹੋਣਾ ਕਿ ਮੇਰੀ ਸਾਲ ਨੌਕਰੀ ਹੋ ਗਈ ਔਰ 3 ਸਾਲ ਰਹਿ ਗਈ, 3 ਸਾਲ ਬਾਅਦ ਮੇਰਾ ਭਵਿੱਖ ਖਤਰੇ 'ਚ ਹੈ। ਉਹ ਤਾਂ ਪਹਿਲਾਂ ਹੀ ਇਨਸਿਕਿਉਰ ਕਰਤਾ, ਨਾ ਉਹਨੂੰ ਤੁਸੀਂ ਪੈਨਸ਼ਨ ਦਿੱਤੀ, ਨਾ ਉਹਨੂੰ ਕੁਝ ਹੋਰ। ਇਸ ਕਰਕੇ ਜਿਹੜਾ ਦੇਸ਼ ਦਾ ਨੌਜਵਾਨ ਹੈ
ਜਿਹੜਾ ਅੱਜ ਦੇਸ਼ ਦੇ ਲਈ ਮਰ ਮਿਟਣ ਨੂੰ ਤਿਆਰ ਹੈ। ਅੱਜ ਤਾਂ ਆਪਾਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਖਿਲਾਫ, ਚਾਈਨਾ ਦੇ ਖਿਲਾਫ ਅੱਜ ਸਾਡਾ ਨੌਜਵਾਨ ਅੱਗੇ ਹੋ ਕੇ ਲੜਦਾ ਹੈ। ਉਹਦੇ ਲੜਨ ਦੀ ਸਮਰੱਥਾ ਕਿੱਥੇ ਰਹਿ ਜੂਗੀ? ਉਹ ਕਿਵੇਂ ਦੇਸ਼ ਦੀ ਸੁਰੱਖਿਆ ਦੇ ਲਈ ਕੰਮ ਕਰੂਗਾ ਜਿਹਦੀ ਆਪਣੀ ਸੁਰੱਖਿਆ 4 ਸਾਲਾਂ ਬਾਅਦ ਖਤਰੇ 'ਚ? तो ਇਹ ਇੱਕ ਬਹੁਤ ਹੀ ਘਟੀਆ ਮਜ਼ਾਕ ਹੈ ਦੇਸ਼ ਦੇ ਨੌਜਵਾਨਾਂ ਨਾਲ। ਦੇਸ਼ ਦਾ ਨੌਜਵਾਨ ਆਪਣੇ ਇੱਥੇ ਕਿੰਨੇ ਮੁੰਡੇ ਤੁਸੀਂ ਦੇਖਦੇ ਹੋ, ਫਤਿਹਗੜ੍ਹ ਸਾਹਿਬ, ਦਫੇੜੇ, ਆਪਣੇ ਸਟੇਡੀਅਮ 'ਚ ਤੇ ਨਾਥਲ ਵਾਲੇ ਪਾਸੇ ਸਵੇਰੇ ਸ਼ਾਮ ਰਨਿੰਗ ਕਰਦੇ ਹੁੰਦੇ ਨੇ ਕਿ ਅਸੀਂ ਫੌਜ 'ਚ ਭਰਤੀ ਹੋਣਾ। ਕਈ ਨੌਜਵਾਨਾਂ ਨੇ ਟੈਸਟ ਪਾਸ ਕੀਤੇ ਹੋਏ ਨੇ, ਕਈ ਨੌਜਵਾਨਾਂ ਨੇ ਜਿਹੜਾ ਹੈਗਾ ਆ ਆਪਣੀ ਫੌਜ ਦੀ ਭਰਤੀ ਕਲੀਅਰ ਕੀਤੀ ਹੋਈ ਹੈ। ਅੱਜ ਉਹਨਾਂ ਲੱਖਾਂ ਨੌਜਵਾਨਾਂ ਨੂੰ ਵੀ ਜਵਾਬ ਦੇਤਾ। ਸੋ ਇਹ ਇੱਕ ਬਹੁਤ ਵੱਡਾ ਸਰਕਾਰ ਦਾ ਗਲਤ ਫੈਸਲਾ ਆ ਦੇਸ਼ ਦੇ ਵਾਸਤੇ, ਦੇਸ਼ ਦੇ ਭਵਿੱਖ ਦੇ ਵਾਸਤੇ, ਫੌਜ ਦੇ ਵਾਸਤੇ, ਨੌਜਵਾਨਾਂ ਦੇ ਭਵਿੱਖ ਦੇ ਲਈ ਦੇਸ਼ ਦੇ। ਸੋ ਇਹਦੇ ਖਿਲਾਫ ਕਾਂਗਰਸ ਪਾਰਟੀ ਅੱਜ ਪੂਰੇ ਦੇਸ਼ ਦੇ ਵਿੱਚ ਹਰੇਕ ਅਸੈਂਬਲੀ ਹਲਕੇ ਦੇ ਵਿੱਚ ਧਰਨਾ ਦੇ ਕੇ ਇਹਦਾ ਵਿਰੋਧ ਕਰ ਰਹੀ ਹੈ। ਕਾਂਗਰਸ ਪਾਰਟੀ ਰਾਸ਼ਟਰਪਤੀ ਨੂੰ, ਪ੍ਰਧਾਨ ਮੰਤਰੀ ਨੂੰ, ਗਵਰਨਰਾਂ ਨੂੰ, ਮੁੱਖ ਮੰਤਰੀਆਂ ਨੂੰ, ਸਾਰਿਆਂ ਨੂੰ ਇਹਦੇ ਵਾਸਤੇ ਆਪਣੇ ਮੰਗ ਪੱਤਰ ਆਪਣੇ ਲੈਵਲ ਤੇ ਪਾਰਟੀ ਦੇ ਰਹੀ ਹੈ। ਔਰ ਅੱਜ ਸਾਰੀਆਂ ਵਿਧਾਨ ਸਭਾ ਦੇ ਵਿੱਚ, ਦੇਸ਼ ਦੀਆਂ ਵਿਧਾਨ ਸਭਾ ਦੇ ਵਿੱਚ ਇਹਦੇ ਖਿਲਾਫ ਧਰਨੇ ਹੋ ਰਹੇ ਨੇ ਤਾਂ ਕਿ ਸਰਕਾਰ ਦੇ ਕੰਨ ਖੋਲੇ ਜਾ ਸਕੇ। ਸੱਤਿਆਗ੍ਰਹਿ ਦੇ ਰੂਪ ਦੇ ਵਿੱਚ ਇਹ ਅਗਨੀਪਥ ਦੇ ਖਿਲਾਫ ਕਾਂਗਰਸ ਨੇ ਇਹ ਆਪਣਾ ਜਿਹੜਾ ਹੈਗਾ ਐਜੀਟੇਸ਼ਨ ਸ਼ੁਰੂ ਕੀਤਾ ਆ। ਔਰ ਇਹਦੇ ਵਿੱਚ ਅਸੀਂ ਚੇਤਾਵਨੀ ਦਿੰਦੇ ਆ ਮੋਦੀ ਸਰਕਾਰ ਨੂੰ ਕਿ ਇਸ ਯੋਜਨਾ ਨੂੰ ਤੁਰੰਤ ਵਾਪਸ ਲੈ ਕੇ ਇਹ ਪੁਰਾਣੇ ਜਿਹੜੇ ਨਿਯਮ ਸੀ ਉਹਦੇ ਤਹਿਤ ਸਾਡੇ ਨੌਜਵਾਨਾਂ ਨੂੰ ਫੌਜ 'ਚ ਭਰਤੀ ਕੀਤਾ ਜਾਵੇ। ਔਰ ਜਿੰਨੇ ਵੀ ਫੌਜ ਦੇ ਵਿੱਚ ਔਰ ਸੈਂਟਰਲ ਗਵਰਨਮੈਂਟ ਦੇ ਵਿੱਚ ਕਰੋੜਾਂ ਨੌਕਰੀਆਂ ਜਿਹੜੀਆਂ ਖਾਲੀ ਪਈਆਂ ਨੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਦੇਣੀਆਂ ਚਾਹੀਦੀਆਂ ਨੇ। ਔਰ ਜਿਹੜਾ ਪੰਜਾਬ ਦੀ ਸਰਕਾਰ ਨੂੰ ਵੀ ਅਸੀਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਜਿੰਨੀਆਂ ਖਾਲੀ ਨੌਕਰੀਆਂ ਪਈਆਂ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਪੰਜਾਬ ਦੇ ਨੌਜਵਾਨਾਂ ਨੂੰ ਦੇ ਕੇ ਭਰਿਆ ਜਾਵੇ। ਇਹ ਸਾਡੀ ਮੰਗ ਹੈ। ਦੇਖੋ ਜਿਹੜਾ ਇਹ ਅਗਨੀਪਥ ਯੋਜਨਾ ਆ ਮੋਦੀ ਸਰਕਾਰ ਦੀ, ਇਹ ਇੱਕ ਸੋਚੀ ਸਮਝੀ, ਮੈਂ ਕਹਿ ਸਕਦਾ ਕਿ ਬੀਜੇਪੀ ਔਰ ਆਰਐਸਐਸ ਦੀ ਸਾਜ਼ਿਸ਼ ਹੈ ਕਿ ਹਿੰਦੁਸਤਾਨ ਦੀ ਆਰਮੀ ਨੂੰ, ਫੌਜ ਨੂੰ ਕਮਜ਼ੋਰ ਕੀਤਾ ਜਾਵੇ ਔਰ ਇੱਕ ਆਪਣਾ ਵਰਗ ਜਿਹੜਾ ਆ ਇਹਨਾਂ ਦਾ ਆਪਣਾ ਕੇਡਰ ਹੈ ਜਿਹੜਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ 4 ਸਾਲਾਂ ਦੀ ਟ੍ਰੇਨਿੰਗ ਦਵਾ ਕੇ 4 ਸਾਲ ਉਹਦਾ ਫੌਜ ਦੇ ਵਿੱਚ ਟ੍ਰੇਨਿੰਗ ਦਵਾ ਕੇ ਉਹਨੂੰ ਇਹ ਆਪਣਾ ਇੱਕ ਕੇਡਰ ਬਣਾਉਣਾ ਚਾਹੁੰਦੇ ਨੇ ਵੱਖਰਾ। ਔਰ ਜਿਵੇਂ ਕਮਿਊਨਿਸਟ ਪਾਰਟੀ ਆਫ ਚਾਈਨਾ ਔਰ ਜਿਵੇਂ ਹਿਟਲਰ ਨੇ ਆਪਣੇ ਰਾਜ ਦੇ ਦੌਰਾਨ ਆਪਣੀ ਆਰਮੀ ਤਿਆਰ ਕੀਤੀ ਸੀ, ਉਹ ਜਿਹੜੇ 4 ਸਾਲਾਂ ਬਾਅਦ ਆਉਣਗੇ, ਤੁਸੀਂ ਸੁਣਿਆ ਹੋਊਗਾ ਇਹਨਾਂ ਦਾ ਬਿਆਨ ਕਿ ਉਹਨਾਂ ਨੂੰ ਅਸੀਂ ਆਪਣੇ ਦਫ਼ਤਰਾਂ 'ਚ ਰੱਖ ਲਾਂਗੇ, ਅਸੀਂ ਆਪਣੀਆਂ ਥਾਵਾਂ ਤੇ ਰੱਖ ਲਾਂਗੇ। ਉਹ ਜਿਹੜਾ ਇਹਨਾਂ ਦੀ ਸਕੀਮ ਦਾ ਅੰਦਰੂਨੀ ਪੱਖ ਹੈ ਉਹ ਕੁਝ ਹੋਰ ਹੈ। ਔਰ ਦੇਸ਼ ਦਾ ਨੌਜਵਾਨ ਜਿਹੜਾ ਸਰਹੱਦਾਂ ਤੇ ਜਾ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦਾ, ਉਹ ਜਿਹੜਾ ਫੌਜ ਦਾ ਹੋਣ ਵਾਲਾ ਮਾਡਲ ਹੈ। ਤੁਸੀਂ ਇੱਕ ਛੋਟੇ ਜਿਹੇ ਸੰਗਠਨ 'ਚ ਕੰਮ ਕਰਦੇ ਹੋ, ਜੇ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਸਾਲ ਬਾਅਦ ਹਟਾ ਦੇਣਾ ਹੈ ਤੇ ਤੁਹਾਡੀ ਕੀ ਸਿੰਸੈਰਿਟੀ ਰਹੂਗੀ? ਤੁਹਾਡੇ ਦਿਮਾਗ ਦੇ ਵਿੱਚ ਉੱਥੇ ਕੰਮ ਕਰਨ ਦੀ ਥਾਂ ਤੇ ਇਹ ਰਹੂਗਾ ਕਿ ਮੈਂ ਦੂਸਰੀ ਨੌਕਰੀ ਕਿਹੜੀ ਵੇਖਣੀ। ਜਦੋਂ ਤੱਕ ਇਹ ਫੌਜ ਕੋਈ ਕਿਤੇ ਟੈਂਪਰੇਰੀ ਕਿਤੇ ਬਿਲਡਿੰਗ ਦੇ ਉੱਤੇ ਕੰਮ ਕਰਾਉਣ ਵਾਲਾ ਵਰਕਰ ਨਹੀਂ ਤੁਸੀਂ ਰਹਿਣਾ, ਜਾਂ ਕਿਸੇ ਦਫ਼ਤਰ ਦੇ ਵਿੱਚ ਆਊਟਸੋਰਸ ਕਰਕੇ ਕੰਮ ਕਰਨ ਵਾਲਾ ਕੋਈ ਮੁਲਾਜ਼ਮ ਨਹੀਂ ਲੈਣਾ। ਇਹ ਫੌਜ ਹੈ ਜਿਹਨੇ ਦੇਸ਼ ਦੀਆਂ ਸਰਹੱਦਾਂ ਤੇ ਸੁਰੱਖਿਆ ਕਰਨੀ ਹੈ। ਜਿਸ ਨੌਜਵਾਨ ਨੇ ਆਪਣੀ ਜਾਨ ਤਲੀ ਤੇ ਧਰ ਕੇ ਦੇਸ਼ ਦੀ ਸਰਹੱਦ ਦੇ ਉੱਤੇ ਦੇਸ਼ ਦੀ ਸੇਵਾ ਕਰਨੀ ਹੈ,
ਉਹ ਨੌਜਵਾਨ ਦਾ ਜਦੋਂ ਭਵਿੱਖ ਹੀ ਉਹਨੂੰ ਧੁੰਦਲਾ ਨਜ਼ਰ ਆਊਗਾ ਤਾਂ ਉਹ ਕਿਵੇਂ ਨੌਕਰੀ ਸਹੀ ਤਰੀਕੇ ਨਾਲ ਕਰ ਸਕਦਾ ਦੇਸ਼ ਦੀ ਸਰਹੱਦ। ਉਹਨੂੰ ਤਾਂ ਇਹ ਪਤਾ ਹੋਣਾ ਕਿ ਮੇਰੀ ਸਾਲ ਨੌਕਰੀ ਹੋ ਗਈ ਔਰ 3 ਸਾਲ ਰਹਿ ਗਈ, 3 ਸਾਲ ਬਾਅਦ ਮੇਰਾ ਭਵਿੱਖ ਖਤਰੇ 'ਚ ਹੈ। ਉਹ ਤਾਂ ਪਹਿਲਾਂ ਹੀ ਇਨਸਿਕਿਉਰ ਕਰਤਾ, ਨਾ ਉਹਨੂੰ ਤੁਸੀਂ ਪੈਨਸ਼ਨ ਦਿੱਤੀ, ਨਾ ਉਹਨੂੰ ਕੁਝ ਹੋਰ। ਇਸ ਕਰਕੇ ਜਿਹੜਾ ਦੇਸ਼ ਦਾ ਨੌਜਵਾਨ ਹੈ, ਜਿਹੜਾ ਅੱਜ ਦੇਸ਼ ਦੇ ਲਈ ਮਰ ਮਿਟਣ ਨੂੰ ਤਿਆਰ ਹੈ, ਅੱਜ ਤਾਂ ਆਪਾਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਖਿਲਾਫ, ਚਾਈਨਾ ਦੇ ਖਿਲਾਫ ਅੱਜ ਸਾਡਾ ਨੌਜਵਾਨ ਅੱਗੇ ਹੋ ਕੇ ਲੜਦਾ ਹੈ। ਉਹਦੇ ਲੜਨ ਦੀ ਸਮਰੱਥਾ ਕਿੱਥੇ ਰਹਿ ਜੂ? ਉਹ ਕਿਵੇਂ ਦੇਸ਼ ਦੀ ਸੁਰੱਖਿਆ ਦੇ ਲਈ ਕੰਮ ਕਰੂਗਾ ਜਿਹਦੀ ਆਪਣੀ ਸੁਰੱਖਿਆ 4 ਸਾਲਾਂ ਬਾਅਦ ਖਤਰੇ 'ਚ? ਤੋ ਇਹ ਇੱਕ ਬਹੁਤ ਹੀ ਘਟੀਆ ਮਜ਼ਾਕ ਹੈ ਦੇਸ਼ ਦੇ ਨੌਜਵਾਨਾਂ ਨਾਲ। ਦੇਸ਼ ਦਾ ਨੌਜਵਾਨ ਆਪਣੇ ਇੱਥੇ ਕਿੰਨੇ ਮੁੰਡੇ ਤੁਸੀਂ ਦੇਖਦੇ ਹੋ, ਫਤਿਹਗੜ੍ਹ ਸਾਹਿਬ, ਦਫੇੜੇ, ਆਪਣੇ ਸਟੇਡੀਅਮ 'ਚ, ਜਨਾਥਲ ਵਾਲੇ ਪਾਸੇ ਸਵੇਰੇ ਸ਼ਾਮ ਰਨਿੰਗ ਕਰਦੇ ਹੁੰਦੇ ਨੇ ਕਿ ਅਸੀਂ ਫੌਜ 'ਚ ਭਰਤੀ ਹੋਣਾ। ਕਈ ਨੌਜਵਾਨਾਂ ਨੇ ਟੈਸਟ ਪਾਸ ਕੀਤੇ ਹੋਏ ਨੇ, ਕਈ ਨੌਜਵਾਨਾਂ ਨੇ ਜਿਹੜਾ ਹੈਗਾ ਆ ਆਪਣੀ ਫੌਜ ਦੀ ਭਰਤੀ ਕਲੀਅਰ ਕੀਤੀ ਹੋਈ ਹੈ। ਅੱਜ ਉਹਨਾਂ ਲੱਖਾਂ ਨੌਜਵਾਨਾਂ ਨੂੰ ਵੀ ਜਵਾਬ ਦੇਤਾ। ਸੋ ਇਹ ਇੱਕ ਬਹੁਤ ਵੱਡਾ ਸਰਕਾਰ ਦਾ ਗਲਤ ਫੈਸਲਾ ਆ ਦੇਸ਼ ਦੇ ਵਾਸਤੇ, ਦੇਸ਼ ਦੇ ਭਵਿੱਖ ਦੇ ਵਾਸਤੇ, ਫੌਜ ਦੇ ਵਾਸਤੇ, ਨੌਜਵਾਨਾਂ ਦੇ ਭਵਿੱਖ ਦੇ ਲਈ ਦੇਸ਼ ਦੇ। ਸੋ ਇਹਦੇ ਖਿਲਾਫ ਕਾਂਗਰਸ ਪਾਰਟੀ ਅੱਜ ਪੂਰੇ ਦੇਸ਼ ਦੇ ਵਿੱਚ ਹਰੇਕ ਅਸੈਂਬਲੀ ਹਲਕੇ ਦੇ ਵਿੱਚ ਧਰਨਾ ਦੇ ਕੇ ਇਹਦਾ ਵਿਰੋਧ ਕਰ ਰਹੀ ਹੈ। ਕਾਂਗਰਸ ਪਾਰਟੀ ਰਾਸ਼ਟਰਪਤੀ ਨੂੰ, ਪ੍ਰਧਾਨ ਮੰਤਰੀ ਨੂੰ, ਗਵਰਨਰਾਂ ਨੂੰ, ਮੁੱਖ ਮੰਤਰੀਆਂ ਨੂੰ, ਸਾਰਿਆਂ ਨੂੰ ਇਹਦੇ ਵਾਸਤੇ ਆਪਣੇ ਮੰਗ ਪੱਤਰ ਆਪਣੇ ਲੈਵਲ ਤੇ ਪਾਰਟੀ ਦੇ ਰਹੀ ਹੈ। ਔਰ ਅੱਜ ਸਾਰੀਆਂ ਵਿਧਾਨ ਸਭਾ ਦੇ ਵਿੱਚ, ਦੇਸ਼ ਦੀਆਂ ਵਿਧਾਨ ਸਭਾ ਦੇ ਵਿੱਚ ਇਹਦੇ ਖਿਲਾਫ ਧਰਨੇ ਹੋ ਰਹੇ ਨੇ ਤਾਂ ਕਿ ਸਰਕਾਰ ਦੇ ਕੰਨ ਖੋਲੇ ਜਾ ਸਕਣ। ਸੱਤਿਆਗ੍ਰਹਿ ਦੇ ਰੂਪ ਦੇ ਵਿੱਚ ਇਹ ਅਗਨੀਪਥ ਦੇ ਖਿਲਾਫ ਕਾਂਗਰਸ ਨੇ ਇਹ ਆਪਣਾ ਜਿਹੜਾ ਹੈਗਾ ਐਜੀਟੇਸ਼ਨ ਸ਼ੁਰੂ ਕੀਤਾ ਆ। ਔਰ ਇਹਦੇ ਵਿੱਚ ਅਸੀਂ ਚੇਤਾਵਨੀ ਦਿੰਦੇ ਆ ਮੋਦੀ ਸਰਕਾਰ ਨੂੰ ਕਿ ਇਸ ਯੋਜਨਾ ਨੂੰ ਤੁਰੰਤ ਵਾਪਸ ਲੈ ਕੇ ਇਹ ਪੁਰਾਣੇ ਜਿਹੜੇ ਨਿਯਮ ਸੀ ਉਹਦੇ ਤਹਿਤ ਸਾਡੇ ਨੌਜਵਾਨਾਂ ਨੂੰ ਫੌਜ 'ਚ ਭਰਤੀ ਕੀਤਾ ਜਾਵੇ। ਔਰ ਜਿੰਨੇ ਵੀ ਫੌਜ ਦੇ ਵਿੱਚ ਔਰ ਸੈਂਟਰਲ ਗਵਰਨਮੈਂਟ ਦੇ ਵਿੱਚ ਕਰੋੜਾਂ ਨੌਕਰੀਆਂ ਜਿਹੜੀਆਂ ਖਾਲੀ ਪਈਆਂ ਨੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਦੇਣੀਆਂ ਚਾਹੀਦੀਆਂ ਨੇ। ਔਰ ਜਿਹੜਾ ਪੰਜਾਬ ਦੀ ਸਰਕਾਰ ਨੂੰ ਵੀ ਅਸੀਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਜਿੰਨੀਆਂ ਖਾਲੀ ਨੌਕਰੀਆਂ ਪਈਆਂ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਪੰਜਾਬ ਦੇ ਨੌਜਵਾਨਾਂ ਨੂੰ ਦੇ ਕੇ ਭਰਿਆ ਜਾਵੇ। ਇਹ ਸਾਡੀ ਮੰਗ ਹੈ।